ਸਤਨਾਮ ਵਾਹਿਗੁਰੂ ਸਾਹਿਬ ਜੀ। ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹਉ ਕਰਉ ਨਿਵਾਸ। ਖਾਲਸਾ ਮੇਰੋ ਮੁਖ ਹੈ ਅੰਗਾ, ਖਾਲਸੇ ਕੇ ਹਉ ਸਦ ਸਦ ਸੰਗਾ। ਸੱਜਣ ਸੱਚਾ ਪਾਤਸ਼ਾਹ ਸ਼ਿਰਸ਼ਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ। ਵਾਹਿਗੁਰੂ ਸਾਹਿਬ ਜੀ ਬਾਰਹਮਾਹਾ ਮਾਝ ਮਹੱਲਾ ਪੰਜਵਾ। ਘਰ ਚੌਥਾ ਇਕ ਓੰਕਾਰ ਸਤਿਗੁਰ ਪ੍ਰਸਾਦ। ਵੈਸਾਖ ਧੀਰਨ ਕਿਉ ਵਾਢੀਆਂ, ਜਿਨ੍ਹਾਂ ਪ੍ਰੇਮ ਵਿਸ਼ੋ ਹਰ ਸਾਜਨ ਪੁਰਖ ਵਿਸਾਰ ਕੈ। ਲੱਗੀ ਮਾਇਆ ਤੋ ਵੈਸਾਖ ਧੀਰਨ ਕਿਉ ਵਾਢੀਆਂ, ਜਿਨ੍ਹਾਂ ਪ੍ਰੇਮ ਵਿਸ਼ੋ ਹਰ ਸਾਜਨ ਪੁਰਖ ਵਿਸਾਰ ਕੈ। ਲੱਗੀ ਮਾਇਆ ਤੋ ਪੁੱਤਰ ਕਲਤਰ ਨ ਸੰਗ ਤਨਾ, ਹਰ ਅਵਨਾਸੀ ਓਹ ਪਲਚ ਪਲਚ ਸਗਲੀ ਮੁਈ। ਝੂਠਾ ਤੰਦਾ ਮੋਹ ਇਕ ਸਹਰ ਕੇ ਨਾਮ ਬਿਨ, ਅੱਗੇ ਲਈਐ ਖੋਹੇ ਦੈਵ ਸਾਰ ਵਿਗੁਚਣਾ। ਪ੍ਰਭ ਬਿਨ ਅਵਰ ਨਾ ਕੋਏ, ਪ੍ਰੀਤਮ ਚਰਣੀ ਜੋ ਲਗੇ। ਤਿਨ ਕੀ ਨਿਰਮਲ ਸੋਏ, ਨਾਨਕ ਕੀ ਪ੍ਰਭ ਬੇਨਤੀ। ਪ੍ਰਭ ਮਿਲਹੁ ਪ੍ਰਾਪਤ ਹੋਏ, ਵੈਸਾਖ ਸੁਹਾਵਾ ਤਾਂ ਲੱਗੈ। ਜਾਂ ਸੰਤ ਭੇਟੈ ਹਰ ਸੋਏ, ਵੈਸਾਖ ਸੁਹਾਵਾ ਤਾਂ ਲੱਗੈ। ਜਾਂ ਸੰਤ ਭੇਟੈ ਹਰ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਨੂੰ ਖਾਲਸੇ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਣ। ਆਪ ਜੀ ਨੂੰ ਇਸ ਪਾਵਨ ਸ਼ਬਦੀ ਵਿਚਾਰ ਸਰਵਣ ਕਰਵਾ ਰਹੇ ਨੇ ਸਿੱਖ ਕੌਮ ਦੇ ਮਹਾਨ ਵਿਦਵਾਨ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ, ਇਸ ਪਾਵਨ ਸਥਾਨ ਦੇ ਹੈਡ ਗ੍ਰੰਥੀ ਸਾਹਿਬਾਨ। ਆਓ ਸਰਬੱਤ ਸੰਗਤਾਂ ਬੜੇ ਪਿਆਰ ਸਤਿਕਾਰ ਦੇ ਨਾਲ ਬੈਠ ਕੇ ਗੁਰਬਾਣੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ
ओंकार सतनाम करता पुरख निर्भव निर्वैर अकाल मूरत अजूनी सहभं गुर प्रसाद बेशुमार अथा अगणत अतुल्य ज्यों बुलावो त्यों नानक दास बोले। गुरु सवारे खालसा जी। वाहिगुरु जी का खालसा वाहिगुरु जी की फतेह। गुरु दर ते हाजिर गुरु सवारे खालसा जी आप जी पाए हो जटे पातशाह बाला प्रीतम सतगुरु जिस डिठै सब दुख जाए। इन्हां अजमतां वडियाइयां दे मालक गुरु हरकृष्ण साहब महाराज जी दे पवित्र चरण छोह प्राप्त इतिहासक स्थान गुरुद्वारा बंगला साहब जी की यात्रा करदे हां। जुगो जुग अटल छतर चबर तखत दे मालक धन 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 श्री गुरु ग्रंथ साहिब पातशाह महाराज जी दे हजूर मनुखा जीवन दीयां घड़ियां नूं सफला कर रहे हो। हुण समा है गुरु दरबार दे निजम अनुसार गुरु की बाणी दी चल रही लड़ीवार कथा दा अज खालसे दा साजना दिवस वैसाखी दा पुरब है। वैसाख दा महीना आरंभ होया है। इसे करके जो नौवें पातशाह तिलक जंजू दे राखे सतगुरु त्याग वैराग दी मूरत सतगुरु धर्म रक्षक सतगुरु श्री गुरु तेग बहादुर साहब महाराज जी की जो बाणी है उसकी विचार नूं भी विराम दे के 12 माह बाणी दे विचों गुरु के वजीर भाई मान सिंह होरां ने तुहानूं वैसाख महीने का पाठ सरवण करवाया। आप सारियां संगतां नूं समुचे सिख जगत नूं समूह खालसा पंथ नूं खालसे दे साजना दिवस वैसाखी दे पुरब दियां लख 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 वधाइयां। आओ जितना समा गुरु ने बख्शिया है
ਇਸ ਸਮੇਂ ਨੂੰ ਸਫਲਾਉਣ ਦਾ ਯਤਨ ਕਰੀਏ। ਜਿੱਥੇ ਅੱਜ ਸੰਕ੍ਰਾਂਤੀ ਹੈ, ਸੂਰਜ ਇੱਕ ਰਾਸ਼ੀ ਵਿੱਚੋਂ ਨਿਕਲ ਕੇ ਦੂਜੀ ਰਾਸ਼ੀ ਵਿੱਚ ਪ੍ਰਵੇਸ਼ ਕੀਤਾ ਹੈ। ਖਾਸ ਕਰਕੇ ਸਨਾਤਨ ਮਤ ਦੇ ਵਿੱਚ ਇਸ ਦਾ ਇੱਕ ਆਪਣਾ ਮਹਾਤਮ ਹੈ। ਲੋਕ ਅੱਜ ਦੇ ਦਿਨ ਤੀਰਥ ਅਸਥਾਨਾਂ ਤੇ ਜਾ ਕੇ ਇਸ਼ਨਾਨ ਕਰਦੇ ਨੇ, ਦਾਨ ਪੁੰਨ ਕਰਦੇ ਨੇ। ਉੱਥੇ ਸਿੱਖ ਧਰਮ ਦੇ ਵਿੱਚ ਗੁਰੂ ਸਾਹਿਬ ਜੀ ਦਾ ਬਖਸ਼ਿਆ ਹੋਇਆ ਜਿਹੜਾ ਪਹਿਲਾ ਪੁਰਬ ਹੈ ਉਹ ਵਿਸਾਖੀ ਹੈ। ਜਿਹੜਾ ਅਸੀਂ ਹੋਲਾ ਮਹੱਲਾ ਮਨਾਇਆ ਹੈ, ਇਹ ਸਾਨੂੰ ਗੁਰੂ ਕਲਗੀਧਰ ਪਿਤਾ ਨੇ ਬਖਸ਼ਿਆ ਸੀ। ਉਹ ਵੀ ਖਾਲਸੇ ਦੀ ਸਾਜਨਾ ਤੋਂ ਬਾਅਦ 1699 ਵਿੱਚ ਖਾਲਸੇ ਦੀ ਸਾਜਨਾ ਹੋਈ ਹੈ। 1700 ਦੇ ਵਿੱਚ ਹੋਲਾ ਮਹੱਲਾ ਸਤਿਗੁਰੂ ਜੀ ਨੇ ਆਰੰਭ ਕੀਤਾ। ਬੰਦੀ ਛੋੜ ਦਿਵਸ ਜੋ ਦੀਪਾਵਲੀ ਹੈ, ਇਹ ਸਾਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਪ੍ਰਾਪਤ ਹੋਈ ਹੈ। ਜਦੋਂ ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਦਾਤੇ ਬਣ ਕੇ ਗਵਾਲੀਅਰ ਦੇ ਕਿਲੇ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਆਏ। ਵਿਸਾਖੀ ਗੁਰੂ ਅਮਰਦਾਸ ਜੀ ਦੇ ਹੁਕਮ ਅਨੁਸਾਰ ਉਹਨਾਂ ਦੀ ਹਜ਼ਾਤੀ ਵਿੱਚ ਸਾਨੂੰ ਪ੍ਰਾਪਤ ਹੋਈ ਹੈ। ਸੋ ਜਿੱਥੇ ਸਾਡੇ 10 ਗੁਰੂ ਸਾਹਿਬਾਨਾਂ ਦੇ ਗੁਰਪੁਰਬ ਨੇ, 10 ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ 2 ਗੁਰਪੁਰਬ ਨੇ। ਇੱਕ ਉਹ ਹੈ ਕਿ ਜਦੋਂ ਪਹਿਲਾ ਪ੍ਰਕਾਸ਼ ਹੋਇਆ, ਦੂਸਰਾ ਹੈ ਜਦੋਂ ਸੰਪੂਰਨਤਾ ਹੋਈ ਹੈ। ਔਰ ਤੀਸਰਾ ਹੈ ਜਦੋਂ ਸਤਿਗੁਰੂ ਗੁਰੂ ਕਲਗੀਧਰ ਪਿਤਾ ਨੇ ਰਹਿੰਦੀ ਦੁਨੀਆ ਤੱਕ ਆਪਣੇ ਸਿੱਖ ਪੰਥ ਨੂੰ ਗੁਰੂ ਗ੍ਰੰਥ ਦੀ ਤਾਬਿਆ ਕਰ ਦਿੱਤਾ। ਇਹ ਹੁਕਮ ਅੱਜ ਵੀ ਅਸੀਂ ਦ੍ਰਿੜ ਕਰਦੇ ਹਾਂ ਕਿ ਗੁਰੂ ਮਾਨਿਓ ਗ੍ਰੰਥ, ਮੰਨੀਏ ਨਾ ਮੰਨੀਏ ਪੜ੍ਹਦੇ ਤੇ ਹੈਗੇ ਹੀ ਆ। ਔਰ ਗੁਰੂ ਪੰਥ ਨੇ ਵੀ ਬੜੀ ਵੱਡੀ ਇੱਕ ਸਾਡੇ ਤੇ ਕਿਰਪਾ ਕੀਤੀ ਹੈ ਕਿ ਇਹਨੂੰ ਸਾਡੀ ਅਰਦਾਸ ਨਾਲ ਜੋੜ ਦਿੱਤਾ ਕਿ ਜਦੋਂ ਵੀ ਸਿੱਖ ਅਰਦਾਸ ਕਰੇਗਾ ਫਿਰ ਇਹ ਗੁਰੂ ਦੇ ਇਸ ਪ੍ਰਿੰਸੀਪਲ ਨੂੰ ਉਹ ਜ਼ਰੂਰ ਪੜ੍ਹੇਗਾ, ਦੁਹਰਾਏਗਾ। ਇਹ ਸੰਕਲਪ ਸਾਰੀ ਦੁਨੀਆ ਵਿੱਚ ਨੇਤਾ ਪ੍ਰਤੀ ਪ੍ਰਗਟ ਹੋਏਗਾ। ਹੁਣ ਵੇਖੋ ਨਾ, ਮੁਸਲਮਾਨ ਨੇ ਉਹ ਕਹਿੰਦੇ ਨੇ ਅੱਲਾਹੂ ਅਕਬਰ। ਜੇ ਪੁੱਛੋ ਵੀ ਨਾ ਕਹੋਗੇ ਤੇ ਛੋਟਾ ਹੋ ਜਾਏਗਾ, ਕਿ ਉਹ ਸਾਰਿਆਂ ਤੋਂ ਵੱਡਾ ਨਹੀਂ ਹੈ, ਉਹ ਵੱਡਾ ਹੀ ਹੈ। ਪਰ ਇਹਦਾ ਅਰਥ ਹੀ ਇਹ ਹੁੰਦਾ ਹੈ ਕਿ ਅਸੀਂ ਆਪ ਵੀ ਉਸ ਨੂੰ ਤਸਲੀਮ ਕਰਦੇ ਹਾਂ, ਅਸੀਂ ਦੂਸਰਿਆਂ ਨੂੰ ਵੀ ਉਸ ਗੱਲ ਦਾ ਆਵਾਜ਼ਾਂ ਦਿੰਦੇ ਹਾਂ। ਗੁਰੂ ਕਲਗੀਧਰ ਪਿਤਾ ਨੇ ਅੱਜ ਦਾ ਦਿਨ ਮਨੁੱਖੀ ਜੀਵਨ ਦੀ ਜਾਂ ਮਨੁੱਖੀ ਜਿਹੜੀ
जाति है। और इस मनुखी इतिहास दे विच अज दा दिन अपने आप दे विच क्रांतिकारी दिन है। अज दे दिन जिहड़ियां असीं मनुखी हक्कां दीयां गल्लां करदे हां, मानव अधिकारां दीयां गल्लां करदे हां, उन्हां दे प्रति सच्चे पातशाह ने एक पूर्ण मनुख की घाड़त घड़ के सानू इन्हां चीज़ां तो मुक्त कर दिता। मैं आप जी नूं फिर बेनती करा, खालसे की कोई समस्या नहीं है, किसी भुलेखे च ना पैना। समस्यावां उदों बणियां जदों असीं एक समाज बना के बह गए, एक भाईचारा बना के बह गए। मेरे एक बड़े परम मित्र मुसलमान वीर जदों वो चढ़ाई कीते, पिछे करोने का प्रकोप सी, भावें मौत उन्हां दी सधारण सी, तो मैं उन्होंने पूछा भी मरण तो बाद तुसी की करते हो? वो कहने लगे जी मरण तो बाद जदों असी दफनाने तो उस वेले एक नमाज होती है। मैं कहा उस तो बाद? कहते उस तो बाद फिर एक नमाज मसीत में आके होंदी है। मैं कहा उस तो बाद? कहते उस तो बाद कुछ नहीं होंदा, ना चौथा, ना दशहरा, ना 13वीं, ना 17वीं, ना बरसी। कुछ नहीं होता। खालसे का भी नहीं सी हुंदा। जदों तुसी पंथ प्रकाश पढ़ोगे तो समझ आएगी। कदे अबदाली पुछदा है, कदे नादर पुछदा है भी ये सिख है कौन ने। उत्थे जिहड़ी साडी तारीफ है उहदे विच वो दसदे ने, वो कहंदे ने खालसे ने। इन्हां दे विचों कोई चढ़ाई कर जावे ते हड्डियां गंगा विच नहीं पाउंदे जाके। हड्डी पाहे ना गंगा माही, साडे विच कोई क्रियाकर्म है ही नहीं। देखो ना, एक गल ते असीं सारे अड़ गए हैं। कीर्तन आसा दी वार दा होवे, कीर्तन कोई होवे, पाठ सुखमनी साहब दा होवे, फिर शुरू कर लैंदे आ पवन गुरु पानी पिता। हुण गल ते उही है भी गुरु मान्यो ग्रंथ ते सारा दिन ही पढ़ लिया तो ग्रंथ नूं गुरु मन्निया ही कोई नहीं। हुण ग्रंथ गुरु की थां ते एक होर गुरु असीं अपने घरां विच लैके आ गए। हाँ, ये मैं मानदा कि जिस प्रोडक्ट दा दुनिया विच ना होवे, दुनिया विच थां होवे, दुनिया दे विच ओदी सेल होवे, नकल ओदी विकदी है। जिहदी असल नहीं विकदी ओदी नकल बना के कोई की बेच के की खट लेगा। नकल ओदी मारी जाती है जिहदे असल का कोई मुल होवे। हुण सानू सतगुरु जी ने खालसे बनाया और सानू इन्हां सारियां चीज़ां चों कढ लिया। तुसीं अपने कदे आवाजे बोले सुनो, वो कहते खालसा 84 तो बाहर है, भाव जिहड़ियां 84 लाख जूना ने उहदे विच खालसे की गिनती नहीं है ही नहीं।
ਹੁਣ ਇਹ ਜਿਹੜਾ ਸ਼ਲੋਕ ਅਸੀਂ ਪੜ੍ਹਦੇ ਹਾਂ, ਹੁਣ ਇਹਦੇ 'ਚ ਬਾਰ-ਬਾਰ ਅਸੀਂ ਖੁਦ ਪੜ੍ਹਦੇ ਇਸ ਗੱਲ ਨੂੰ ਕਿ ਜਿਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ। ਜਿਹਨੇ ਕੀਤੀ ਛੁੱਟੀ ਕਰਨੀ ਸੀ, ਅੱਜ ਉਹਦੀ ਆਪਣੀ ਛੁੱਟੀ ਵਕਤੇ 'ਚ ਪਈ ਹੋਈ ਹੈ ਕਿ ਪਤਾ ਨਹੀਂ ਮਗਰੋਂ ਕੋਈ ਫੁੱਲ ਚੁਗੇਗਾ ਕਿ ਨਹੀਂ ਚੁਗੇਗਾ, ਪਤਾ ਨਹੀਂ ਮਰੇ ਦੇ ਮੂੰਹ 'ਚ ਕੋਈ ਗੰਗਾ ਜਲ ਪਾਏਗਾ ਕਿ ਨਹੀਂ ਪਾਏਗਾ। ਹੁਣ ਜੇ ਸਾਨੂੰ ਕਬਰਾਂ ਦੇ ਵਿੱਚੋਂ ਚਾਰ ਜੀ ਨਾ ਕਵੇ ਵੀ ਇੱਧਰ ਆ ਕੇ ਮੱਥਾ ਟੇਕੋ, ਤੇ ਮੈਨੂੰ ਤਾਂ ਲੱਗਦਾ ਵੀ ਬੁੱਢਾ ਵੈਸੇ ਹੀ ਅਵਗਤ ਚਲਾ ਜਾਏਗਾ। ਭੱਜ ਭੱਜ ਕੇ ਅਸੀਂ ਮੱਥਾ ਟੇਕਦੇ ਹਾਂ ਸਾਰੇ ਜਣੇ। ਫਿਰ ਹੌਲੀ ਜੀ ਇਹ ਕਹਿ ਦਿੰਦਾ, ਕਹਿੰਦੇ ਜੀ ਪੈਸਿਆਂ ਨਾਲ ਟੇਕੋ, ਫਿਰ 2-2 ਹਜ਼ਾਰ ਦੇ ਨੋਟ ਰੱਖਦੇ ਵੀ ਇਹਨੇ ਨਾਲ ਲੈ ਕੇ ਜਾਣੇ ਨੇ। ਜੇ ਇਹ ਸੁਚੇਤਤਾ ਹੁੰਦੀ ਤੇ ਸਾਰੀਆਂ ਕਦਰਾਂ ਕੀਮਤਾਂ ਜਿਉਂਦੇ ਬੰਦੇ ਨਾਲ ਜੁੜ ਜਾਣੀਆਂ ਸੀ। ਜੇ ਘਰ ਦੀ ਉਹ ਬਹੂ ਉਹ ਮੱਥਾ ਟੇਕਣਾ ਹੈ ਤੇ ਜਿਉਂਦੇ ਬਾਪ ਨੂੰ ਟੇਕੋ। ਜੇ ਅਦਬ ਸਨਮਾਨ ਕਰਨਾ ਹੈ ਤੇ ਜਿਉਂਦੇ ਦਾ ਕਰੋ। ਮਰਨ ਤੋਂ ਬਾਅਦ ਕੀ ਹੈ? ਮਰਨ ਤੋਂ ਬਾਅਦ ਤਾਂ ਕੁਝ ਵੀ ਨਹੀਂ ਹੈ। ਗੁਰੂ ਕਲਗੀਧਰ ਪਿਤਾ ਨੇ ਹੱਥ ਵਿੱਚ ਨੰਗੀ ਸ਼ਮਸ਼ੀਰ ਪਕੜੀ ਹੈ ਕੇਸਗੜ੍ਹ ਦੇ ਅਸਥਾਨ ਤੇ। ਭਾਈ ਪਿੰਦਰਪਾਲ ਸਿੰਘ ਹੋਰਾਂ ਨੇ ਬੜੀ ਸੋਹਣੀ ਵਿਆਖਿਆ ਕੀਤੀ ਹੈ ਕਿ ਜਿੱਥੇ ਅੰਮ੍ਰਿਤ ਛਕਾਇਆ ਉਹਨੂੰ ਕੇਸਗੜ੍ਹ ਕਹਿ ਦਿੱਤਾ। ਕਹਿੰਦੇ ਗੜ੍ਹ ਤੇ ਕਿਲੇ ਨੂੰ ਕਹਿੰਦੇ ਨੇ, ਤੇ ਕਿਲਾ ਉਹ ਹੁੰਦਾ ਜਿਹਦੇ ਵਿੱਚ ਖਤਰਾ ਕੋਈ ਨਾ ਹੋਵੇ। ਦੇਖੋ, ਹਰ ਬਿਲਡਿੰਗ ਨੂੰ ਤੁਸੀਂ ਕਿਲਾ ਨਹੀਂ ਕਹਿ ਸਕਦੇ। ਕਿਸੇ ਨੂੰ ਹਵੇਲੀ ਕਹੋਗੇ, ਕਿਸੇ ਨੂੰ ਕੋਈ ਹੋਰ ਨਾਂ ਦਿਓਗੇ ਤੁਸੀਂ। ਹਰ ਇਮਾਰਤ ਕਿਲਾ ਨਹੀਂ ਹੁੰਦੀ। ਸਤਿਗੁਰੂ ਨੇ ਹਰ ਸਿੱਖ ਦੇ ਸੀਸ ਤੇ ਇੱਕ ਕੇਸਗੜ੍ਹ ਬਣਾਇਆ। ਇਸੇ ਕਰਕੇ ਸਿੱਖ ਨੂੰ ਕੋਈ ਖਤਰਾ ਨਹੀਂ ਹੈ। ਤੁਸੀਂ ਆਪਣਾ ਇਤਿਹਾਸ ਪੜ੍ਹ ਲਓ। ਸੱਤ 700 ਦੇ ਕਰੀਬ ਸਿੱਖ ਨੇ, ਕਈ ਮਹੀਨਿਆਂ ਦੇ ਭੁੱਖੇ ਨੇ। 100 ਕਰਕੇ ਰੋਜ਼ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ। ਪਰ ਕਿਸੇ ਨੇ ਜ਼ਿੰਦਗੀ ਦੀ ਭੀਖ ਨਹੀਂ ਮੰਗੀ। ਕਿਸੇ ਨੇ ਬਾਦਸ਼ਾਹ ਦੇ ਅੱਗੇ ਰੋ ਕੇ ਨਹੀਂ ਵਿਖਾਇਆ। ਜੇ ਇੱਕ ਮਮਤਾ ਦੀ ਮਾਰੀ ਮਾਂ ਨੇ ਆ ਕੇ ਕਿਹਾ ਬਾਦਸ਼ਾਹ ਫਰਕਸ਼ੀਅਰ ਨੂੰ ਵੀ ਮੇਰਾ ਪੁੱਤਰ ਸਿੱਖ ਨਹੀਂ, ਉਹਨੇ ਕਿਹਾ ਛੱਡ ਦਿਓ, ਨਹੀਂ ਸਿੱਖ ਤੇ। ਹੁਣ ਬਾਦਸ਼ਾਹ ਦਾ ਪਰਵਾਨਾ ਲੈ ਕੇ ਕਤਲਗਾਹ ਵਿੱਚ ਪਹੁੰਚੀ ਮਮਤਾ ਦੀ ਮਾਰੀ ਮਾਂ। ਜਦੋਂ ਪਰਵਾਨਾ ਦਿੰਦੀ ਹੈ ਤੇ ਸ਼ਹੀਦਾਂ ਦੀ ਲਾਈਨ ਵਿੱਚ ਖਲੋਤੇ ਬੱਚੇ ਨੂੰ ਬਾਹਰ ਕੱਢ ਲਿਆ। ਉਹ ਪੁੱਛਦਾ ਵੀ ਮੈਨੂੰ ਕਿੱਧਰ ਲੈ ਕੇ ਚੱਲੇ ਹੋ? ਉਹ ਕਹਿੰਦੇ ਵੀ ਉਹ ਤੇਰੀ ਮਾਂ ਹੈ ਤੇ ਉਹ ਬਾਦਸ਼ਾਹ ਦੀ ਚਿੱਠੀ ਲੈ ਕੇ ਆਈ ਹੈ ਕਿ ਤੂੰ ਸਿੱਖ ਨਹੀਂ ਹੈ ਤੇ ਇਸ ਕਰਕੇ ਅਸੀਂ ਤੈਨੂੰ ਬਾਹਰ ਕੱਢ ਰਹੇ ਹਾਂ। ਬੱਚਾ ਖੜਾ ਖੜੋਤਾ ਹੀ ਮੁੱਕਰ ਗਿਆ। ਕਹਿੰਦਾ ਇਹ ਮੇਰੀ ਮਾਂ ਹੀ ਨਹੀਂ। ਜਿਹੜੀ ਇਹ ਕਵੇ ਕਿ ਤੂੰ ਮੈਂ ਸਿੱਖ ਨਹੀਂ, ਉਹ ਮੇਰੀ ਮਾਂ ਨਹੀਂ ਹੋ ਸਕਦੀ। ਸਿੱਖ ਇਦਾਂ ਦੇ ਹੁੰਦੇ ਸੀ। ਹੁਣ ਤੇ ਸਿੱਖ ਨੂੰ ਮਨਾਉਣਾ ਪੈਂਦਾ ਵੀ ਤੂੰ ਮੰਨ ਜਾ ਯਾਰ, ਸਿੱਖ ਹੈ ਤੂੰ। ਚੱਲ ਇੱਕ ਵਾਰੀ ਕਹਿ ਦੇ ਮੈਂ ਸਿੱਖ ਹਾਂ, ਚੱਲ ਇੱਕ ਵਾਰੀ ਫਤਿਹ ਬੁਲਾ ਦੇ। ਉਹ ਫਿਰ ਪਿਛਾਂਹ ਨੂੰ ਮੁੜ ਆਉਂਦਾ। ਇੱਕ ਵੇਲਾ ਸੀ ਕਿ ਜੇ ਮਾਂ ਕਵੇ ਮੇਰਾ ਪੁੱਤਰ ਸਿੱਖ ਨਹੀਂ, ਤੇ ਸਿੱਖ ਬੱਚਾ ਕਹਿੰਦਾ ਸੀ ਇਹ ਮੇਰੀ ਮਾਂ ਹੀ ਨਹੀਂ, ਮੈਂ ਸਿੱਖ ਹਾਂ। ਤੇ ਅੱਜ ਸਾਨੂੰ ਮਨਾਉਣਾ ਪੈਂਦਾ ਵੀ ਚੱਲ ਤੂੰ ਸਿਰ ਤੇ ਜੂੜਾ ਕਰ ਲੈ ਯਾਰ, ਤੂੰ ਸਿੱਖ ਹੈ। ਚੱਲ ਤੂੰ ਕੜਾ ਹੀ ਪਾ ਲੈ, ਚੱਲ ਤੂੰ ਕੇਸ ਹੀ ਰੱਖ ਲੈ, ਚੱਲ ਵੀਰ ਤੂੰ ਦਸਤਾਰ ਸਜਾ ਲੈ ਯਾਰ, ਤੂੰ ਸਿੱਖ ਹੈ। ਉਹ ਕਹਿੰਦਾ ਨਹੀਂ ਨਹੀਂ ਮੈਂ ਨਹੀਂ ਆ। ਇਹ ਹਾਲਾਤ ਬਣ ਗਏ ਨੇ। ਇਸੇ ਕਰਕੇ ਸਾਰੀਆਂ ਸਮੱਸਿਆਵਾਂ ਨੇ।
ਇੱਕ ਭੈਣ ਛੋਟਾ ਜਿਹਾ ਬੱਚਾ ਲੈ ਕੇ ਦਰਬਾਰ ਸਾਹਿਬ ਜਾ ਰਹੀ ਹੈ। ਅੱਗੋਂ ਮਿਲਿਆ ਦੀਵਾਨ ਕੌੜਾ ਮੱਲ, ਇਹ ਉਹਦਾ ਅਸਲੀ ਨਾਂ ਹੈ। ਸਿੱਖ ਉਹਨੂੰ ਕਹਿੰਦੇ ਸੀ ਮਿੱਠਾ ਮੱਲ। ਕਹਿੰਦਾ ਬੀਬੀ ਕਿੱਧਰ ਚੱਲੀ ਹੈ? ਕਹਿੰਦੀ ਦਰਬਾਰ ਸਾਹਿਬ। ਕਹਿੰਦਾ ਤੈਨੂੰ ਪਤਾ ਨਹੀਂ ਉੱਥੇ ਤੇ ਮੁਗਲਾਂ ਦਾ ਕਬਜ਼ਾ ਹੈ। ਉਹ ਤੈਨੂੰ ਮਾਰ ਦੇਣਗੇ। ਕਹਿੰਦੀ ਚੱਲੀ ਇਸੇ ਕਰਕੇ ਆ, ਕੱਲੀ ਰਹਿ ਗਈ ਆ, ਬਿਨਾਂ ਸਿੱਖੀ ਤੋਂ ਜਿਉਣਾ ਨਹੀਂ ਚਾਹੁੰਦੀ। ਉਹਨੇ ਬਥੇਰਾ ਸਮਝਾਇਆ, ਉਹ ਨਹੀਂ ਮੁੜੀ। ਜਦੋਂ ਫਿਰ ਤੁਰੀ ਤੇ ਉਹਨੇ ਕਿਹਾ ਵੀ ਆ ਜਿਹੜਾ ਕੁਛੜ ਬੱਚਾ ਚੁੱਕਿਆ ਇਹੀ ਦੇ ਦੇ ਮੈਨੂੰ, ਵੀ ਜਾ ਮਰ। ਆ 2 ਸਾਲ ਦੇ ਬੱਚੇ ਦਾ ਕੀ ਕਸੂਰ ਹੈ? ਉਹਨੂੰ ਤੇ ਪਤਾ ਵੀ ਨਹੀਂ ਸਿੱਖ ਕੌਣ ਹੁੰਦੇ ਨੇ ਤੇ ਹਿੰਦੂ ਮੁਸਲਮਾਨ ਕੌਣ ਹੁੰਦੇ ਨੇ। ਉਹ ਮਾਂ ਕਹਿੰਦੀ ਵੀ ਚੱਲੀ ਇਹਦੇ ਕਰਕੇ ਆ। ਉਹ ਕਹਿੰਦਾ ਵੀ ਹੱਦ ਹੋ ਗਈ ਹੈ, ਹੁਣ ਤੂੰ ਕਹਿੰਦੀ ਸੀ ਮੈਂ ਮਰਨ ਚੱਲੀ ਆ, ਹੁਣ ਤੂੰ ਕਹਿੰਦੀ ਵੀ ਬੱਚੇ ਕਰਕੇ ਚੱਲੀ ਆ। ਉਹ ਕਹਿੰਦੀ ਚੱਲੀ ਇਹਦੇ ਕਰਕੇ ਆ। ਇਹਦੇ ਕਰਕੇ ਕਿਉਂ ਚੱਲੀ ਆ? ਕਹਿੰਦੀ ਮੈਂ ਚਾਹੁੰਦੀ ਆ ਕਿ ਮੇਰੇ ਤੋਂ ਪਹਿਲਾਂ ਮਰ ਜਾਏ, ਉਹ ਨਾ ਹੋਵੇ ਕਿ ਮੇਰੇ ਮਰਨ ਤੋਂ ਬਾਅਦ ਇਹ ਮੁਸਲਮਾਨ ਬਣ ਜਾਏ, ਮੈਂ ਨਹੀਂ ਚਾਹੁੰਦੀ। ਇਦਾਂ ਦਾ ਖਾਲਸਾ ਸਜਾਇਆ ਸੀ ਗੁਰੂ ਗੋਬਿੰਦ ਸਿੰਘ ਨੇ। ਤੇ ਆਪਾਂ ਕਿੱਦਾਂ ਦੇ ਬਣ ਗਏ? ਨਿੱਕੀਆਂ ਨਿੱਕੀਆਂ ਨਿਕਰਾਂ ਵਾਲੇ। ਅਸੀਂ ਬਣ ਗਏ ਗੁੱਤਾਂ ਵਾਲੇ, ਜੂੜੀਆਂ ਵਾਲੇ। ਜੂੜੀਆਂ ਵੀ ਨਹੀਂ, ਨਿੱਕੀਆਂ ਨਿੱਕੀਆਂ ਜੁੰਡੀਆਂ ਵਾਲੇ। ਅਜੇ ਵੀ ਕਹੀ ਜਾਂਦੇ ਜੀ ਅਸੀਂ ਸਿੱਖ ਹਾਂ ਜੀ। ਗੁਰੂ ਜੀ ਕਿਰਪਾ ਨਹੀਂ ਕਰਦੇ ਤੇ ਗੁਰੂ ਤੇਰੇ ਤੇ ਕੀ ਕਿਰਪਾ ਕਰਨ ਬਈ? ਅੱਗੇ ਕਿਰਪਾ ਕੀਤੀ ਤੂੰ ਘਰ 'ਚ ਬਾਰ ਬਣਾ ਲਈ ਹੈ, ਕਿਤੇ ਝੁੱਗੀ 'ਚ ਬਾਰ ਵੇਖੀ ਤੁਸੀਂ? ਬਾਰ ਇਸ ਕਰਕੇ ਬਣੀ ਵੀ ਗੁਰੂ ਨੇ ਪੈਸੇ ਹੀ ਇੰਨੇ ਦੇ ਦਿੱਤੇ ਕਿ ਤੂੰ 4-5 ਲੱਖ ਰੁਪਈਆ ਬਾਰ ਤੇ ਲਾ ਦਿੱਤਾ ਘਰ ਵਿੱਚ। ਹੋਰ ਕਿਰਪਾ ਕਰਕੇ ਕੀ ਕਰਨਾ ਹੈ? ਅੱਜ ਜਿਹੜੀ ਅਸੀਂ ਕਿਰਪਾ ਮੰਨਦੇ ਆ ਗੁਰੂ ਦੀ, ਮੰਗਦੇ ਆ, ਮੰਨਦੇ ਆ, ਕਾਹਦੇ ਲਈ ਮੰਗਦੇ ਆ? ਕਿ ਮਹਾਰਾਜ ਕਿਰਪਾ ਕਰ ਦਿਓ, ਜਿੰਨੀ ਸਿੱਖੀ ਦੀ ਬੇਇੱਜ਼ਤੀ ਹੋ ਸਕੀ ਓਨੀ ਕਰਾਂਗਾ। ਪਹਿਲੀ ਗੱਲ ਤੇ ਦਾੜੀ ਕੱਟਾਂਗਾ, ਨਹੀਂ ਕੱਟ ਸਕਿਆ ਤੇ ਫਿਰ ਉਹ ਕੰਗਰਾਲੀ ਜੀ ਕਰ ਲਵਾਂਗਾ, ਗੁੱਤ ਵੀ ਕਰਾਂਗਾ, ਟੋਪੀ ਵੀ ਪਾਵਾਂਗਾ, ਨਿੱਕਰ ਵੀ ਪਾਵਾਂਗਾ, ਕੜਾ ਤੇਰਾ ਬਿਲਕੁਲ ਨਹੀਂ ਪਾਵਾਂਗਾ। ਕਿਰਪਾ ਕਰ ਦਿਓ। ਮਤਲਬ ਤੇਰੀ ਸਿੱਖੀ ਦੀ ਬੇਇੱਜ਼ਤੀ ਵਾਸਤੇ ਮੈਨੂੰ ਕਿਰਪਾ ਚਾਹੀਦੀ ਹੈ। ਮੇਰੇ ਗੁਰੂ ਨੇ ਅੱਜ ਦੇ ਦਿਨ ਇੱਕੋ ਹੀ ਗੱਲ ਪੁੱਛੀ ਸੀ, ਹੈ ਕੋਈ ਗੁਰੂ ਨੂੰ ਪਿਆਰ ਕਰਨ ਵਾਲਾ? ਮੈਨੂੰ ਉਹਦਾ ਸਿਰ ਚਾਹੀਦਾ ਹੈ। ਭਾਈ ਦਇਆ ਰਾਮ ਉੱਠਿਆ, ਕਹਿਣ ਲੱਗਾ ਜੀ ਮੈਂ ਕਰਦਾ ਪਿਆਰ। ਸਤਿਗੁਰਾਂ ਕਿਹਾ ਸਿਰ ਦੇਂਗਾ? ਕਹਿੰਦਾ ਜੀ ਬਿਲਕੁਲ ਦਿਆਂਗਾ। ਫਿਰ ਦੁਬਾਰਾ ਪੁੱਛਿਆ ਹੋਰ ਕੋਈ? ਬਈ ਧਰਮਚੰਦ ਕਹਿਣ ਲੱਗਾ ਜੀ ਮੈਂ ਕਰਦਾ ਪਿਆਰ, ਮੈਂ ਸਿਰ ਦਿਆਂਗਾ। ਮੈਂ ਆਪ ਜੀ ਨੂੰ 2 ਹੱਥ ਜੋੜ ਕੇ ਪੁੱਛਣਾ ਚਾਹੁੰਦਾ ਵੀ ਅੱਜ ਗੁਰੂ ਤੁਹਾਡੇ ਕੋਲੋਂ ਕੀ ਮੰਗਦਾ ਹੈ? ਗੁਰੂ ਤੁਹਾਡੇ ਕੋਲੋਂ ਮੰਗਦਾ ਵੀ ਸ਼ਰਾਬ ਨਾ ਪੀਓ, ਤੁਹਾਡਾ ਘਰ ਉਜੜ ਜਾਏਗਾ। ਸਿੱਖ ਬਣ ਜਾਓ, ਤੁਹਾਡੇ ਬੱਚੇ ਨਹੀਂ ਵਿਗੜਨਗੇ। ਅੱਜ ਕਈ ਵਾਰੀ ਤੁਹਾਨੂੰ ਲੱਗਦਾ ਵੀ ਨਹੀਂ ਜੀ ਅਸੀਂ ਸਿੱਖ ਹਾਂ ਜੀ, ਬੱਚੇ ਵਿਗੜ ਗਏ। ਬੱਚੇ ਤਾਂ ਵਿਗੜ ਗਏ ਤੁਸੀਂ ਬੱਚਿਆਂ ਨਾਲ ਪਿਆਰ ਨਹੀਂ ਕੀਤਾ। ਤੁਸੀਂ ਬੱਚਿਆਂ ਨੂੰ ਇੱਕੋ ਗੱਲ ਥ੍ਰੈਟ ਕੀਤਾ ਹੈ, ਖਬਰਦਾਰ ਜੇ ਤੂੰ ਸਿਰ ਮਨਾ ਦਿੱਤਾ ਤੇ। ਉਹ ਕਹਿੰਦਾ ਬਾਪੂ ਜਦੋਂ ਮਰ ਜਾਏਗਾ ਉਦੋਂ ਮਨਾ ਦੇਾਂਗੇ। ਹੁਣ ਉਹ ਬੱਚਾ ਤੁਹਾਡੇ ਦਿਨ ਗਿਣ ਰਿਹਾ ਵੀ ਇਹ ਕਦੋਂ ਮਰੇ ਤੇ ਮੈਂ ਕਦੋਂ ਰੈਗੂਲਰ ਹੋਵਾਂ। ਤੇ ਜੇ ਕਿਤੇ ਬੱਚਿਆਂ ਨੂੰ ਪਿਆਰ ਕੀਤਾ ਹੁੰਦਾ, ਮੈਂ ਬਹੁਤ ਵਾਰੀ ਜ਼ਿਕਰ ਕੀਤਾ ਰਾਜਪੁਰਾ ਸਾਹਿਬ, ਰਾਜਪੁਰੇ ਦੇ ਇੱਕ ਸਰਦਾਰ, ਉਹ ਆਪਣਾ ਨਾਂ ਉੱਥੇ ਉਹਦਾ ਗੋਤਰ ਰੰਧਾਵਾ ਹੈ। ਜਦੋਂ ਮੈਂ 1998-99 ਚ ਪਹਿਲੀ ਵਾਰੀ ਇੰਗਲੈਂਡ ਗਿਆ ਤੇ ਮੈਨੂੰ ਮਿਲਿਆ, ਬੜੀਆਂ ਅਜੀਬ ਗੱਲਾਂ ਸੀ ਉਹਦੀਆਂ 3।
कहता ज्ञानी जी मैं सिख हाँ तो अपने माँ प्यो करके आ। तो जे मेरे कोले रॉयल रोजगार है ये तुहाडे करके है, ग्रंथी सिंघा करके, रागी सिंघा करके, प्रचारक सिंघा करके। जे मैं गुरुद्वारे आना तो लंगर छकण आना, मतलब तिन्ने ही गल्लां उस बंदे दियां अजीबो गरीब। कहंदे मैं जदों पढ़ लिख के बाहर तुरिया तो मेरे माँ प्यो ने इको गल कही सी, पुत्र जे सानू ये पता लग्या कि तू दस्तार उतार दी है, केस कटा दिते ने, ते तैनू साडे मरियां दी खबर आएगी। कहंदा मैं नहीं कटाए। कहंदा पूरे बर्मिंघम विच मैं कल्ला सिख हुंदा सी। मतलब सुन के मैं हैरान सी। ये उस तो होर 30 साल पिछे चले जाओ, 30 का मतलब अज तो 50 साल पहला। कदे पुछना भी होवे किसी नूं पुछ लेना भी बर्मिंघम विच पग वाले सिख किन्ने क हुंदे सी। उत्थे सिख हुंदे सी, पग वाले नहीं सी हुंदे। दूजी कहंदा मैं एडी महंगी कार रखी है सिर्फ तुहानूं एक गुरुद्वारे तो दूजे गुरुद्वारे छड्डण जाण वास्ते, कि मेरे गुरु के घर दे प्रचारक ने, कीर्तनीए ने, ग्रंथी सिंह ने। दुनिया वेखे इन्हां नूं कि ये रॉयल रोज कार दे विच जांदे ने। सिखा तैनूं नमस्कार। इत्थे ते भाई स्कूटर लै लवे ते प्रबंधक कमेटी कड्ढण दा प्रबंध कर लैंदी है भी हुण इस ग्रंथी नूं इनकम बहुत हो गई, इहनूं कढ दिता जाए। वो कहंदा मैं कार तुहाडे वास्ते रखी है। तीजी गल कहंदा मैं लंगर छकणी गुरुद्वारे आउणा। और ये गल मैनूं जाके हुण समझ आई। वेखो असी भुखियां नूं लंगर छकाया पिछले साल। तुहानूं पता है सानूं साडे कोल किन्नी रसद आई। ट्रकां दे ट्रक, किते 10 ट्रक चौलों के तुरे आउंदे ने, कदे 10 ट्रक आटे दे तुरे आउंदे ने, कदे किसी शुगर मिल तो फोन आ रहा है भी 5 ट्रक खंड दे ही लै जाओ तुसीं। कोई रात को इत्थे समान ला के जा रहा है भी पता ही नहीं लगा कौन छड्ड के चला गया। कोई केलियां दे ट्रक लैके तुरिया आउंदा है, कोई रिफाइंड दे ट्रक लैके तुरिया आउंदा है। कि लंगर अज नहीं पकदा, लंगर अज भी पक रहा है। पर अज मैनूं रोज़ कहना पैंदा भी वध सेवा देसी घ्यो दी करो। पिछले साल तो नहीं की। तो पिछले साल जिन्ना लंगर मेरा ख्याल पिछले 20 सालों तो कदे भी नहीं पक्या होना। वेखो लंगर पकाउण तो भी पहला अगर कोई लंगर छकण वाला नहीं होएगा तो पकाउण की की लोड़ है। तो जे पकेगा ही नहीं तो उत्थे रसद देने की की लोड़ है। रसद उदों ही आनी है जदों खाण वाले होणगे। तां साडे बजुर्ग जियां दी सुख मंगदे सी, समान नहीं सी मंगदे। उन्हां दे ते गीत ही अजीब सन। वो कहंदे सी जिन्ने दिते ने नियाणे आपे दऊ खाण नूं दाणे। इत्थे दाणे इकट्ठे करी जांदे ने, खाण वाले भावें होण भावें ना होण। ना कोई शादी करन नूं तैयार है, ना कोई बच्चा जम्मण नूं तैयार है। प्रॉपर्टी इकट्ठी करन ते भज्जे फिरदे ने। कहो शादी कर लो, नहीं जी बच्चा कहंदा पहला मैं कामयाब होना है। तो कामयाब होके की करना है? मैनूं खिमा कर देना, असी किहड़े समाज दे लोग आ, कौन आ सी? सुरबत का भला मंगते हैं। मैं कहना एक बंदा मैनूं कोल बिठा के समझा दे कि उन्होंने निज का भला आउंदा है। 35 साल का जवाक हो गया, अजे तक वह विआह नहीं होया। कहते जी सक्सैस होना है। काहदे च सक्सैस होना है? 55 साल तो बाद गोडे जवाब दे देणगे। 20 सालों की सक्सैसमेंट है।
तेरी प्रॉपर्टी नूं किसी ने की करना है? लोग लड़ लड़ के मरनगे। ਇਹਦੇ ਨਾਲੋਂ ਕਿਤੇ दो पुत जम्मे ਹੁੰਦੇ तो हो सकता दुनिया नूं कहंदे भी ये जायदाद मेरे पिता जी दी है। ये याद रखना, जे मां गंगा ने पुत्र मंगया सी ते गुरु अर्जन साहब ने नहीं सी कहा कि गंगा मैनू इस मोह ममता च ना पा। आपां बच्चे की करने ने? बच्चियां ना होण दे अंगेस्ट मेरा गुरु नानक खड़ा होया सी, आख्या सी जोगियो तुसी ठीक नहीं, गृहस्थ धर्म ठीक है। जे इदां दी सक्सैसमेंट चाहिए तो जोगी हो जाओ, लोड़ ही नहीं। लंगोटी लाओ स्वाद है, एक बठल जा चुकी फिरो, जिथे दिल करे उथे सिर च पा लो, चलो जिथे मर्जी बह जाओ, जिथे मर्जी खलो जाओ, ना कोई पुछेगा ना कोई गल करेगा। आप किहड़े धर्म दे न्यायी आ? की गुरु कलगीधर पिता ने जदों सानू ये खालसे की साजना करके ये पंथ दिता है कि उहदे विच किसी गल नूं आड़े आउण दिता है। अज अमृतधारी सिंह कनेडा का डिफेंस मिनिस्टर है। दसो तुहाडी प्रमोशन विच, तुहाडी तरक्की विच, तुहाडे मान तान विच ये केस, ये दाड़ी, ये कशहरा, ये कृपान, ये कंघा अड़िया किथे है? कोई बंदा दसे तो सही ना। सरदार मनमोहन सिंह 10 साल प्रधानमंत्री बन गए इंडिया के। सुनिया तुसी कदे किसी दे उहदे उन्हां जाके पैरां दे विच बहना कीता होवे? नहीं। वो सिख ने अपने गुणां नाल राज कीता है। कदे कोल बैठोगे ठंड पवेगी तुहानूं, वो कहते ने, कहते ये सब कुछ मैनू मेरे पिता जी तो मिले है। तुहाडे पिता जी की करते सी जी? कहते मैं 2 साल का सी, मेरे माता जी चढ़ाई कर गए। फिर की होया? कहते मेरे पिता ने विआह ही नहीं किया दूजा, भी बच्चे रुल जाणगे। फिर मेरे पिता जी जैतो दे मोर्चे विच गिरफ्तार होए। मतलब उन्होंने पिता जी कट्टड़ सिख खालसे से, ताई गुरुद्वारे गुरधामां की सेवा संभाल लई गिरफ्तारी दी होएगी ना। इत्थे आपां दस दिओ गुरुद्वारे वास्ते की करते हैं? गुरुद्वारियां की सेवा लई कुर्बानियां करनियां पैंदियां ने। ते जिन्हां ने कीतियां ने उन्हां दा अरदास विच ना है कि तिन्हां दी कमाई दा ध्यान धर के खालसा जी बोलो जी वाहिगुरू। कहंदे जैतो दे मोर्चे च गिरफ्तार हो गए ते जिहड़ा जेल दा इंचार्ज सी उहदे कोल चले गए। कहण लगे मैनू एक ड्यूटी दे दिओ। कहंदे की? कहते मैं जेल आया तो इत्थे गुरु के सिख जेल विच बंद ने, तो मैनू इन्हां दे लंगर पकाउण दी सेवा दे दिओ। भी पता नहीं मुड़ के इदां दे सिख मैनू कदे मिलणगे कि नहीं मिलणगे। उदों सिख बाणी पढ़ते हुंदे सी। हुण ते जेल च भी जिहड़े सिख ने बहुते ताश ही खेडी जांदे ने। जिहड़े मोर्चिਆਂ विच गए सी ना, वो ताशा खेडण वाले सिख नहीं सी, वो बाणी पढ़न वाले सिख हुंदे सी। कहण लगे मैं जिन्ना चिर जेल विच रवां मैं चाहुंदा मैं इन्हां नूं लंगर पका के मैं इन्हां दी सेवा करां। खालसा जी तुहाडा एडा वड्डा पवित्र करैक्टर सी कि इस हिंदुस्तान दी हर हिंदू औरत, हर हिंदू मर्द एक खुशी महसूस करता सी कि जे उन्हां दे घर विच पहला बच्चा सिख बने तो वो इस गल विच गौरव महसूस करते सी।
कि साडे घर का एक बच्चा सिख होना चाहिए। तो अज हालात ये बन गए ने भी घर च एक ही सिख बच जाए वही बहुत है, भी ये तो पता लगे भी ये घर सिखां दा है। गुरु कलगीधर पिता ने बड़े साडे नाल वादे कीते सी, पर सानू सुचेत भी कीता सी, बड़ा माण कीता सी साडे ते। आख्या सी खालसा मेरो रूप है खास, खालसे मैं हो करो निवास। खालसा मेरो मुख है अंगा, खालसे कहो सद सद संगा। मैं हमेशा खालसे दे नाल। फिर भी किया जब ला खालसा रहे न्यारा, तब लग तेज दियो मैं सारा। जाबे गहे विपरण की रीत, मैं ना करो इनकी प्रतीत। जदों एक ब्राह्मणी कर्म कांडा विच जाएगा, कहते मैं इहदे ते विश्वास नहीं करांगा। खालसे का आखिरी अर्थ की है? खालसे का आखिरी अर्थ है वो धरती, वो जमीन का टुकड़ा, वो प्लाट, वो लैंड जिहदा मालिक सीधा राजा हो। ये खालसा ना कदे किसी बंदे के नाम नाल नहीं सी वरतिया जांदा, ये प्रॉपर्टी के नाम के नाल वरतिया जांदा सी कि ये प्रॉपर्टी खालसा है, क्योंकि सीधी बादशाह की प्रॉपर्टी है। सानू भी गुरु ने रब की प्रॉपर्टी बनाया सी, आवाज़ा ही ये दिता सी कि तुसी जदों एक दूजे नूं मिलना है उदों फतेह बुलाउणी है। जदों असीं फतेह बुलाउने आ उहदे विच ये गल प्रगट होंदी है कि वाहिगुरू जी का खालसा वाहिगुरू जी की फतेह। ये खालसा वाहिगुरू दा है, इहदी हर जित हर प्राप्ति वाहिगुरू दी है। गुरु कलगीधर पिता ने इस मनुखी जीवन दे विच एक नवी क्रांति लैके आंदी सी कि बंदे नूं खुद मुख्तियार बना दिता। हुण इहनूं किसी मनुखी अधिकारां दी कोई भीख मंगण दी लोड़ नहीं है। तुहाडी तवारीख है, कदे खालसे ने जिंदगी की भीख नहीं सी मंगी, बाकी गल्लां तां दूर दियां ने। अगर सरकार ने फैसला कर दिता है कि मार दिता जाएगा, कत्ल कर दिता जाएगा, कोई नहीं सी जाके कहंदा कि नहीं मैनूं जीवन चाहिए। और साडे गीत की सीगे, मन्नू साडी दातरी असी मन्नू दे सोए, ज्यों ज्यों मन्नू वढदा असी दूण सवाए होए। मन्नू साडी दातरी है। सोए एक खेती नूं कहंदे ने, उन्होंने जिन्ने वढो ना वो उन्नी होर वधदी फुलदी है। सच्चे पातशाह ने अज दे दिन साडे ते बड़ी किरपा की, सानू खालसा बना के फिर आख्या नहीं खालसा मेरो सतगुर पूरा, खालसा मेरो सज्जन सूरा। फिर आप पंज प्यारियां दे कोलों अमृत छकिया। फिर भाई गुरदास साहब जिहड़े दूजे होए ने, उन्होंने गुरु कलगीधर पिता की वडियाई विच दर्ज किया कि वह प्रगटियो मर्द अगमड़ा, वरियाम अकेला, वाह वाह गोबिंद सिंह, आपे गुर चेला। वो गुरु भी आप है, वो चेला भी आप है।
ऐसा गुरु किते मिलेगा? फिर जिस खालसे की साजना की है फिर उसका हुक्म भी मन्निया। चमकौर की गढ़ी विच उस खालसे का हुक्म भी मन्निया और दुनिया नूं ऐलानिया ये गल आखी है कि संसार दे लोगों ये जिहड़े सिख ने खालसे ने इन्हां नूं एवें ना समझना, ये मेरे करके नहीं, मैं इन्हां करके। ऐसा पैगंबर, ऐसा अवतार, ऐसा कोई औलिया, कोई नबी तुहानूं धरती ते नहीं मिलेगा जिहड़ा ये कहे कि इन्हीं की कृपा के सजे हम हैं, नहीं मोह से गरीब करोड़ परे। ये तो सब कहेंगे जी आ मेरे करके ही ने। एक गुरु कलगीधर पिता है जिहड़ा कहंदा मैं इन्हां करके आ। आपां गुरु वाले बनीए, आपां अमृत छकीए। पहला असीं खुद नशियां तो मुक्त होईए, फिर असीं अपने बच्चों नूं दस के जाइए कि पुत्र जे साडे गुरु साहबाना ने कहा सी कि अमल सिर्फ प्रशादे दा करना है, तो उहदे पिछे बेटे बहुत वड्डा सतगुरु दा उपदेश सी। उस वेले ते सुमैक वर्गियां ते हीरोइन वर्गियां आ चिट्टे वर्गियां शायद ये चीज़ां तो उदों कोई सुपना भी नहीं लै सकता होना। उदों नशे दो चार होणगे, होर किस्म के होणगे, पर अज जिहड़ी ड्रग संसार विच आ गई है, कि ये सानू जीवन जीवन देवेगी कि ये विचों साडे बच्चे उभर सकणगे? हुक्का बार वर्गियां चीज़ां और बंदियां नालों माइयां अगे हो के डिगदियां ने। शराब हो गई, हुक्का हो गया। देखो कैंसर के फोड़े ते रेशम के कपड़े ना पाइए आपां, इहदे नाल बीमारी रुकनी नहीं है। और जिन्नी छेती हो सके अपने बच्चों को इन्हां तो मुक्त करो, उन्होंने समझाओ कि भाई गुरु वाले बनो। हुण देखो ना, जो नूर खालसे ते है, जो चढ़दी कला खालसे दी है, किसी अमली दी, भंगी दी, पोस्ती दी, नशैड़िए दी हो सकती है। हुण आपां ते वेख्या ही है, आपां नूं एक अमल है चाह दा। कई मेरे वर्गे उदे ही लम्मे पै रहणगे, वो कहण उठ जा, वो पहला चाह बनाओ कप। जी चाह सानू अद्धा घंटा लेट कर सकती है, तो जेडे इदू गांह जा डिगे ने उन्हां दी की हालत होएगी। गल्लां असीं नशे मुक्त संसार दियां करदे आ, ये ठीक है, ये नशा संसार दी समस्या है, साडी कल्याण दी नहीं है। पर साडी खुशकिस्मती ये है कि गुरु नानक दे घर विच इन्हां चीज़ां नूं कोई थां नहीं है। साडे घर विच चीज़ां है ही नहीं। मैं फिर बेनती करा, सिख नशा नहीं कर सकता, ते नशा करन वाला सिख नहीं हो सकता। एवें ना धक्के नाल चुक चुक के लिया के उन्होंने मनाई जाओ भी नहीं नहीं कोई नहीं, घुट पी ली तां की हो गया, तू सिख ही है। नहीं, तू ये नशा कर लिया तू फिर भी सिख है, नहीं, मनाउण दी कोशिश ना करो। सिख वो हुंदे सी, जे मां कहंदी सी मेरा पुत सिख नहीं, तो सिख अगों कहंदा सी ये मेरी मां ही नहीं। मनाउण दी लोड़ नहीं, तुहाडे अंदरों खुद आवाज आनी चाहिए है कि मैं सिख हाँ। सिख हो के
ਸੰਸਾਰ ਵਿੱਚ ਵਿਚਰੋਗੇ ਤੁਹਾਡਾ ਸਨਮਾਨ ਵਧੇਗਾ। ਤੁਸੀਂ ਵੇਖਿਆ ਹੀ ਹੈ ਪਿਛਲੇ ਸਾਲ ਲੋਕ ਤੁਹਾਨੂੰ ਫਰਿਸ਼ਤੇ ਕਹਿੰਦੇ ਸੀ। ਕਿਉਂ ਕਹਿੰਦੇ ਸੀ? ਕਿਉਂਕਿ ਤੁਸੀਂ ਸਿੱਖੀ ਦੇ ਅਸੂਲਾਂ ਦੇ ਮੁਤਾਬਕ ਜਦੋਂ ਆਪਣੇ ਜੀਵਨ ਦੀ ਕਰਨੀ ਨੂੰ ਪ੍ਰਗਟ ਕੀਤਾ, ਦੁਨੀਆ ਨੇ ਤੁਹਾਨੂੰ ਨਮਸਕਾਰ ਕੀਤੀ। ਦੁਨੀਆ ਉਡੀਕਦੀ ਸੀ ਵੀ ਕੋਈ ਪੱਗ ਵਾਲਾ ਵੀ ਆਉਂਦਾ, ਦੁਨੀਆ ਤੇ ਬੜੀ ਤੁਰੀ ਆਉਂਦੀ ਹੈ, ਕੋਈ ਕੇਸਾਂ ਵਾਲਾ ਵੀ ਆਉਂਦਾ, ਜੇ ਆਉਂਦਾ ਹੋਇਆ ਤਾਂ ਉਹਦੇ ਕੋਲੇ ਜ਼ਰੂਰ ਸਾਡੇ ਵਾਸਤੇ ਖਾਣ ਦੀ ਰੋਟੀ ਹੋਏਗੀ, ਦਵਾਈ ਹੋਏਗੀ, ਪਾਣੀ ਹੋਏਗਾ, ਸਾਡੇ ਵਾਸਤੇ ਕੋਈ ਮਦਦ ਹੋਏਗੀ। ਉਹ ਸਾਡਾ ਮਸੀਹਾ ਬਣ ਕੇ ਆਉਂਦਾ ਹੋਏਗਾ। ਇਹ ਲੋਕਾਂ ਦੀ ਦ੍ਰਿਸ਼ਟੀ ਬਣ ਗਈ ਸੀ। ਇਹ ਇਤਿਹਾਸ ਤੁਸੀਂ 18ਵੀਂ ਸਦੀ 'ਚ ਵੇਖਿਆ ਹੈ। ਆ ਗਏ ਨੇ ਨਿਹੰਗ, ਬੂਹੇ ਖੋਲ ਦਿਓ ਨਿਸੰਗ। ਜਦੋਂ ਪਿੰਡ 'ਚ ਪਤਾ ਲੱਗਦਾ ਸੀ ਵੀ ਸਿੰਘ ਆਏ ਨੇ ਤੇ ਲੋਕ ਕਹਿੰਦੇ ਸੀ ਬੂਹੇ ਖੋਲ ਕੇ ਸੌਂ ਜਾਓ, ਨਾ ਤੁਹਾਡੀ ਕਿਸੇ ਧੀ ਭੈਣ ਦੀ ਇੱਜ਼ਤ ਨੂੰ ਖਤਰਾ ਹੈ ਤੇ ਨਾ ਤੁਹਾਡੇ ਘਰ ਦੀਆਂ ਚੀਜ਼ਾਂ ਨੂੰ ਖਤਰਾ ਹੈ। ਜਿੰਨਾ ਚਿਰ ਇਹ ਬੈਠੇ ਨੇ ਤੁਹਾਡਾ ਘਰ ਜਿਹੜਾ ਹੈ ਉਹ ਮਸਰੂਫ ਹੈ, ਉਹ ਸੁਰੱਖਿਅਤ ਹੈ। ਇਹਨਾਂ ਦੇ ਹੁੰਦਿਆਂ ਮਾੜੀ ਗੱਲ ਨਹੀਂ ਹੋ ਸਕਦੀ। ਐਸਾ ਖਾਲਸਾ ਗੁਰੂ ਕਲਗੀਧਰ ਪਿਤਾ ਨੇ ਸਾਜਿਆ। ਅੱਜ ਦੇ ਦਿਨ ਮਨੁੱਖੀ ਇਤਿਹਾਸ ਦੇ ਵਿੱਚ ਕ੍ਰਾਂਤੀ ਆਈ ਜਦੋਂ ਖਾਲਸੇ ਨੂੰ ਖੁਦ ਸਤਿਗੁਰੂ ਨੇ ਖੁਦ ਮੁਖਤਿਆਰ ਬਣਾ ਦਿੱਤਾ। ਆਖਿਆ ਹੁਣ ਫੈਸਲਾ ਤੂੰ ਕਰੇਂਗਾ। ਕਦੇ ਇਹ ਕਿਹਾ ਜਾਂਦਾ ਸੀ ਕਿ ਹੋਏਗਾ ਕੀ? ਕਹਿੰਦਾ ਸੀ ਜੋ ਕਰੇਗਾ ਖਾਲਸਾ ਪੰਥ ਮੀਆਂ, ਜੋ ਖਾਲਸਾ ਪੰਥ ਕਰੇਗਾ ਉਹ ਹੋਏਗਾ। ਇੱਥੇ ਅਟਕ ਹੀ ਅਟਕਦਾ ਸੀ, ਖਾਲਸਾ ਨਹੀਂ ਸੀ ਅਟਕਦਾ ਹੁੰਦਾ। ਉਹ ਇੱਕ ਆਚਰਣ ਸੀ, ਉਹ ਇੱਕ ਜੀਵਨ ਸੀ, ਉਹ ਇੱਕ ਜੀਵਨ ਦੀ ਪੱਧਤੀ ਹੈ। ਅੱਜ ਵੀ ਜਿਹੜੇ ਇਸ ਮੁਕਾਮ ਤੇ ਪਹੁੰਚਦੇ ਨੇ ਉਹ ਨਹੀਂ ਅਟਕਦੇ। ਉਹ ਫੈਸਲਾ ਦੂਜੇ ਤੋਂ ਨਹੀਂ ਕਰਾਉਂਦੇ, ਉਹ ਫੈਸਲਾ ਆਪਣਾ ਖੁਦ ਕਰਦੇ ਨੇ। ਕਦੇ ਕਿਸੇ ਖਾਲਸੇ ਨੇ ਰਹਿਮ ਦੀ ਅਪੀਲ ਨਹੀਂ ਸੀ ਕੀਤੀ, ਕਰਦੇ ਹੀ ਨਹੀਂ ਸੀ ਹੁੰਦਾ। ਅੱਜ ਦਾ ਜੋ ਪਾਵਨ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ, 12 ਮਹਾਬਾਣੀ ਦੇ ਵਿੱਚ ਮਾਝ ਰਾਗ ਅੰਦਰ 133 ਅੰਗ ਤੇ ਦਰਜ ਹੈ। ਵੈਸਾਖ ਧੀਰਨ ਕਿਉਂ ਵਾਢੀਆਂ ਜਿਨ੍ਹਾਂ ਪ੍ਰੇਮ ਵਿਸ਼ੋ। ਵੈਸਾਖ ਭਲਾ ਸ਼ਾਖਾਂ ਵੇਸ ਕਰੇ। ਵੈਸਾਖ ਮਹੀਨੇ ਦਾ ਨਾਂ ਹੈ। ਵੈਸਾਖ ਮਹੀਨੇ ਵਿੱਚ ਉਹਨਾਂ ਜਗਿਆਸੂ ਰੂਹਾਂ ਨੂੰ, ਉਹਨਾਂ ਜੀਵ ਰੂਪੀ ਇਸਤਰੀਆਂ ਨੂੰ ਕਹਿੰਦੇ ਧੀਰਜ ਕਿਵੇਂ ਆ ਸਕਦਾ ਹੈ? ਜਿਹੜੀਆਂ ਵਾਂਝੀਆਂ ਨੇ, ਵਾਂਢੀਆਂ ਤੋਂ ਅਰਥ ਹੈ ਵਾਂਝੀਆਂ। ਇਹ ਇਲਾਕੇ ਦੀ ਬੋਲੀ ਦਾ ਫਰਕ ਹੈ। ਜਿਨ੍ਹਾਂ ਪ੍ਰੇਮ ਵਿਸ਼ੋ, ਜਿਨ੍ਹਾਂ ਨੂੰ ਪ੍ਰੇਮ ਦੀ ਸ਼ੋਰ ਪ੍ਰਾਪਤ ਨਹੀਂ ਹੋਈ। ਸਾਡੀ ਗਲਤੀ ਹੈ ਕਿ ਅਸੀਂ ਉਹ ਟੱਚ ਜਿਹੜਾ ਕਦੇ ਜੀਵਨ ਵਿੱਚ ਪ੍ਰਾਪਤ ਹੀ ਨਹੀਂ ਕੀਤਾ, ਸਾਨੂੰ ਪਤਾ ਹੀ ਨਹੀਂ ਕਿ ਪਤੀ ਪਰਮਾਤਮਾ ਦਾ ਪ੍ਰੇਮ ਕੀ ਹੈ। ਇਸੇ ਕਰਕੇ ਅਸੀਂ ਕੀਰਤਨ ਪੂਜਾ ਦੇ ਵਿੱਚ ਗੁਆਚੇ ਰਹਿੰਦੇ ਹਾਂ। ਅਸੀਂ ਲੋਕਾਚਾਰ ਦੇ ਵਿੱਚ ਖੁਆਰ ਹੁੰਦੇ ਰਹਿੰਦੇ ਹਾਂ। ਸਾਨੂੰ ਨਹੀਂ ਪਤਾ ਰੱਬ ਕਿਹਨੂੰ ਕਹਿੰਦੇ ਨੇ। ਸੁਣ ਲੈਣਾ, ਜੇਵੜ ਆਪ, ਜਿੱਡਾ ਵੱਡਾ ਉਹ ਆਪ ਹੈ, ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ। ਏਡਾ ਵੱਡਾ ਰੱਬ ਹੈ। ਜਿੱਡਾ ਵੱਡਾ ਰੱਬ ਹੈ, ਓਡੀਆਂ ਓਡੀਆਂ ਵੱਡੀਆਂ ਉਹਦੀਆਂ ਦਾਤਾਂ ਨੇ। ਉਹਦੀਆਂ ਦਾਤਾਂ ਦੇ ਵਿੱਚ ਦਿਨ ਹੈ ਤੇ ਉਹਦੀਆਂ ਦਾਤਾਂ ਦੇ ਵਿੱਚ ਰਾਤ ਹੈ। ਲਿਆਓ ਹੁਣ ਕੋਈ
ਪੀਰ ਫਕੀਰ ਲਿਆਓ ਫੜ ਕੇ, ਲਿਆਓ ਕੋਈ ਦੇਵੀ ਦੇਵਤਾ, ਉਹਨੂੰ ਕਹੋ ਦਿਨ ਰਾਤ ਬਣਾ ਕੇ ਵਿਖਾ। ਹੈ ਕਿਸੇ ਦੀ ਹਿੰਮਤ? ਰਾਤ ਦੇ ਅੰਧੇਰੇ ਨੂੰ ਦਿਨ ਵਰਗਾ ਚਾਨਣਾ ਬਣਾਉਣ ਲਈ ਸਾਰੀ ਸਾਇੰਸ, ਸਾਰਾ ਗਿਆਨ ਵਿਗਿਆਨ ਜਿਹੜਾ ਉਹ ਉਲਟਾ ਹੋਇਆ ਹੋਇਆ ਹੈ। ਅਸੀਂ ਵੀ ਅਮਰੀਕਾ ਨਾਲ ਸਮਝੌਤਾ ਕੀਤਾ ਕਿ ਸਾਨੂੰ ਵੀ ਐਟਮੀ ਬਿਜਲੀ ਮਿਲ ਜਾਏ, ਪਰ ਅਸੀਂ ਇਹ ਗੱਲ ਭੁੱਲ ਗਏ ਵੀ ਜਦੋਂ ਉੱਥੇ ਤੂਫਾਨ ਆਉਂਦੇ ਨੇ ਉੱਥੇ ਵੀ ਸਾਰਾ ਬਲੈਕ ਆਊਟ ਹੋ ਜਾਂਦਾ ਹੈ, ਹਫਤਾ ਹਫਤਾ ਬਿਜਲੀ ਨਹੀਂ ਆਉਂਦੀ। ਕੌਣ ਦਿਨ ਬਣਾ ਸਕਦਾ ਹੈ? 4 ਬਲਬ ਲਾ ਕੇ ਦਿਨ ਬਣਾ ਦਿਓਗੇ ਤੁਸੀਂ? ਅੱਜ ਸੋਲਰ ਪਾਵਰ ਕੀ ਹੈ? ਚਲੋ ਬਿਜਲੀ ਤੇ ਤੁਸੀਂ ਬਣਾ ਲਓਗੇ, ਤੇ ਬਿਜਲੀ ਤੇ ਦੀ ਅੱਗੋਂ ਸੋਲਰ ਪਾਵਰ ਬਣਾ ਲਓਗੇ ਤੁਸੀਂ? ਇਸ ਕਰਕੇ ਰੱਬ ਨੂੰ ਹੀ ਰੱਬ ਮੰਨੋ। ਐਵੇਂ ਜਿੱਥੇ 2 ਇੱਟਾਂ ਜਗੀ, 2 ਇੱਟਾਂ ਰੱਖੀਆਂ ਦੀਵਾ ਜਗੀ ਜਾਂਦਾ, ਉੱਥੇ ਹੱਥ ਜੋੜੀ ਜਾਂਦੇ ਹੋ ਤੁਸੀਂ। ਕੋਈ ਮੜੀਆਂ ਅੱਗੇ ਖਲੋਤਾ ਹੈ, ਕੋਈ ਕਬਰਾਂ ਅੱਗੇ ਖਲੋਤਾ ਹੈ, ਹੁਣ ਤੇ ਮੱਝਾਂ ਗਾਵਾਂ ਅੱਗੇ ਵੀ ਖਲੋ ਕੇ ਹੱਥ ਜੋੜੀ ਜਾਂਦੇ ਅਸੀਂ। ਪੰਛੀਆਂ ਦੇ ਅੱਗੇ, ਜਾਨਵਰਾਂ ਦੇ ਅੱਗੇ, ਸੱਪਾਂ ਦੇ ਅੱਗੇ ਹੱਥ ਜੋੜੀ ਜਾਂਦੇ ਆ। ਪੀਰ ਜੀ ਕਿਰਪਾ ਕਰ ਦਿਓ। ਕੀ ਕਿਰਪਾ ਕਰੇਗਾ? ਜਿੱਧਰ ਸੂਤ ਲੱਗਾ ਡਾਂਗ ਹੀ ਮਾਰੇਗਾ। ਪਰ ਜਿਸ ਰੱਬ ਦੇ ਲੜ ਤੁਹਾਨੂੰ ਗੁਰੂ ਨੇ ਲਾਇਆ ਸੀ, ਉਹ ਪਰਮਾਤਮਾ ਕਦੇ ਕਿਸੇ ਦਾ ਬੁਰਾ ਨਹੀਂ ਕਰਦਾ। ਉਸ ਪਰਮਾਤਮਾ ਤੋਂ ਕਦੇ ਕਿਸੇ ਦਾ ਬੁਰਾ ਨਹੀਂ ਹੁੰਦਾ। ਜੋ ਸਾਡੇ ਨਾਲ ਬੁਰਾ ਹੋ ਰਿਹਾ ਹੈ ਉਹ ਸਾਡੇ ਕਰਮਾਂ ਦੇ ਅਕੋਰਡਿੰਗ ਹੈ, ਤੇ ਜਾਂ ਫਿਰ ਪਰਮਾਤਮਾ ਨੇ ਤੁਹਾਨੂੰ ਭੱਠੀ ਵਿੱਚ ਪਾਇਆ ਸੋਨਾ ਸ਼ੁੱਧ ਕਰਨ ਵਾਸਤੇ। ਦੁਨੀਆ ਦੀ ਇੱਕ ਤਵਾ ਰੀਖ ਬਣਾਉਣ ਵਾਸਤੇ। ਹੁਣ ਉਸ ਵੇਲੇ ਤੇ ਲੋਕਾਂ ਨੇ ਵੀ ਸੋਚਿਆ ਹੋਏਗਾ ਵੀ ਦੱਸੋ ਗੁਰੂ ਤੇਗ ਬਹਾਦਰ ਨਾਲ ਕੀ ਹੋਇਆ, ਅਗਲਿਆਂ ਨੇ ਸਿਰ ਲਾ ਕੇ ਪਰੇ ਮਾਰਿਆ। ਪਰ ਅੱਜ ਆਓ ਰੰਗਾਬਾਦ ਪਤਾ ਕਰੋ ਉਹਦੀ ਕਬਰ ਦਾ ਕੀ ਬਣਿਆ। ਤੇ ਦਿੱਲੀ 'ਚ ਜਿੱਥੇ ਮਰਜ਼ੀ ਚਲੇ ਜਾਓ ਉੱਥੇ ਬੋਲਿਆ ਜਾ ਰਿਹਾ ਹੈ ਜੈ ਜੈ ਜੈ, ਸੁਰ ਲੋਕ ਗੁਰੂ ਤੇਗ ਬਹਾਦਰ ਜੈ ਜੈਕਾਰੀ ਤੇਰੀ ਹੈ। ਰੱਬ ਦੀ ਰਜ਼ਾ ਵਿੱਚ ਦੁੱਖ ਵੀ ਆਏਗਾ ਤੇ ਤਵਾ ਰੀਖ ਬਣੇਗੀ, ਤੇ ਰੱਬ ਤੁਹਾਨੂੰ ਇੰਨੀ ਸ਼ਕਤੀ ਦੇਵੇਗਾ ਕਿ ਉਹ ਦੁੱਖ ਵੀ ਤੁਹਾਡੇ ਲਈ ਦੁੱਖ ਨਹੀਂ ਹੋਏਗਾ। ਸਾਡੇ ਲਈ ਤੇ ਸੁੱਖ ਵੀ ਦੁੱਖ ਨੇ। ਕਿਸੇ ਬੰਦੇ ਨੇ ਵੱਡਾ ਘਰ ਬਣਾਇਆ, ਹੁਣ ਕਿੱਡਾ ਵੱਡਾ ਦੁੱਖ ਹੈ। ਹੁਣ ਉਹਦੀਆਂ ਜਿੱਡਾ ਵੱਡਾ ਘਰ ਹੈ ਉਹਦੀਆਂ ਕੰਧਾਂ ਉੱਚੀਆਂ ਨੇ, ਕੰਧਾਂ ਦੇ ਉੱਤੇ ਫੇਰ ਤਾਰਾਂ ਲੱਗੀਆਂ ਨੇ, ਤਾਰਾਂ 'ਚ ਫੇਰ ਕਰੰਟ ਛੱਡਿਆ ਹੋਇਆ ਹੈ, ਬਾਹਰ ਫਿਰ ਬੰਦੇ ਬੰਦੂਕਾਂ ਵਾਲੇ ਖਲੋਤੇ ਹੋਏ ਨੇ। ਲੈ ਦੱਸੋ ਕਾਹਦਾ ਸੁੱਖ ਹੈ? ਅਸੀਂ ਸੁੱਖ ਦੇ ਵਿੱਚ ਵੀ ਦੁਖੀ ਹਾਂ। ਅਮੀਰ ਆਦਮੀ ਦਾ ਬੱਚਾ ਇਕੱਲਾ ਬਾਹਰ ਨਹੀਂ ਜਾ ਸਕਦਾ, 4 ਬਾਉਂਸਰ ਚਾਹੀਦੇ ਨੇ ਉਹਨੂੰ, ਤੇ ਗਰੀਬ ਦਾ ਬੱਚਾ ਖੇਡਦਾ ਹੀ ਸੜਕ ਤੇ ਹੈ। ਅਸੀਂ ਸੁੱਖ 'ਚ ਵੀ ਦੁਖੀ ਹਾਂ। 4 ਕੱਪੜੇ ਪਾ ਲਏ, 4 ਗਹਿਣੇ ਪਾ ਲਏ, ਤੇ ਤਾਂ ਸਾਨੂੰ ਖਤਰਾ ਹੈ। ਕਿਉਂ ਨਾ ਹੋਵੇ ਕੋਈ ਸਾਡੇ ਗਹਿਣੇ ਲਾ ਕੇ ਲੈ ਜਾਏ, ਕੋਈ ਸਾਨੂੰ ਹੀ ਨਾ ਚੁੱਕ ਕੇ ਲੈ ਜਾਏ। ਕੋਈ ਆ ਪਟੜੀ ਤੇ ਬੰਦੇ ਪਏ ਨੇ, ਕੌਣ ਚੁੱਕਦਾ ਹੈ? ਕੋਈ ਨਹੀਂ ਚੁੱਕਦਾ। ਸਾਡੇ ਪੁਰਖੇ ਦੁੱਖ ਵਿੱਚ ਵੀ ਸੁਖੀ ਸਨ, ਅਸੀਂ ਸੁੱਖ 'ਚ ਵੀ ਦੁਖੀ ਹਾਂ। ਜਿਨ੍ਹਾਂ ਨੂੰ ਪ੍ਰੇਮ ਦੀ ਛੋਹ ਪ੍ਰਾਪਤ ਨਹੀਂ ਹੋਈ, ਸਾਨੂੰ ਪਤਾ ਹੀ ਨਹੀਂ ਰੱਬ ਦਾ ਪ੍ਰੇਮ ਕੀ ਹੈ, ਉਹਦੀ ਕਿਰਪਾ ਕੀ ਹੈ। ਕਿਉਂ ਗੁਰੂ ਜੀ ਬਾਰ-ਬਾਰ ਕਹਿੰਦੇ ਸੀ ਕਿ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ।
ਸਾਨੂੰ ਉਹਦੀ ਸ਼ੋਅ ਹੀ ਨਹੀਂ ਪਤਾ, ਉਹ ਟੱਚ ਕਦੇ ਮਿਲਿਆ ਹੀ ਨਹੀਂ ਸਾਨੂੰ। ਕਦੇ ਨੇੜੇ ਜਾਵਾਂਗੇ, ਕਦੇ ਉਹਦੀ ਬਖਸ਼ਿਸ਼ ਦੇ ਪਾਤਰ ਬਣਾਂਗੇ ਤੇ ਪਤਾ ਲੱਗੇਗਾ ਨਾ। ਜਿਨ੍ਹਾਂ ਪ੍ਰੇਮ ਵਿਸ਼ੋ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋਂ। ਪਰ ਇੱਥੇ ਤਾਂ ਹਾਲਾਤ ਇਹ ਨੇ, ਹਰੀ ਸੱਜਣ ਪੁਰਖ ਨੂੰ ਛੱਡ ਦਿੱਤਾ ਹੈ ਤੇ ਸਾਰੀ ਲੁਕਾਈ ਮਾਇਆ ਦੇ ਧੋਖੇ ਵਿੱਚ ਲੱਗੀ ਹੋਈ ਹੈ। ਮਾਇਆ ਛਲ, ਇਹ ਮਾਇਆ ਤੇ ਆਪਣੇ ਆਪ ਦੇ ਵਿੱਚ ਇੱਕ ਧੋਖਾ ਹੈ, ਠੱਗੀ ਆਪਣੇ ਆਪ ਦੇ ਵਿੱਚ। ਅੱਜ ਤੁਹਾਡੇ ਕੋਲ ਹੈਗੀ, 2 ਮਿੰਟ ਬਾਅਦ ਹੋ ਸਕਦਾ ਨਾ ਵੀ ਹੋਵੇ। ਆ ਤੁਹਾਨੂੰ ਰੋਜ਼ ਲੋਕ ਇਹੀ ਕਹੀ ਜਾਂਦੇ ਨੇ ਬੈਂਕ 'ਚ ਪੈਸੇ ਨਾ ਰੱਖਿਓ ਜੀ, ਕ੍ਰੈਡਿਟ ਕਾਰਡ ਦੇ ਫਰਾਡ ਤੋਂ ਬਚੋ ਜੀ ਤੁਸੀਂ। ਇਹ ਆਪਣੇ ਆਪ 'ਚ ਹੀ ਛਲ ਹੈ, ਪਤਾ ਹੀ ਨਹੀਂ ਇਹਨੇ ਕਦੋਂ ਤੁਹਾਨੂੰ ਕਿੱਥੇ ਇਕੱਲੇ ਹੀ ਛੱਡ ਦੇਣਾ ਹੈ। ਇੱਥੇ ਲੱਗੀ ਮਾਇਆ ਤੋਂ ਲੋਕ ਮਾਇਆ ਦੇ ਧੋਖੇ ਵਿੱਚ ਗਵਾਚੇ ਹੋਏ ਨੇ। ਪੁੱਤਰ ਕਲੱਤਰ ਨਾ ਸੰਗ ਧਨਾ ਹਰ ਅਵਨਾਸ਼ੀ, ਉਹ ਪਤਾ ਹੀ ਨਹੀਂ। ਪੁੱਤਰ ਤੋਂ ਲੈ ਕੇ ਇਸਤਰੀ ਤੋਂ ਲੈ ਕੇ ਪੈਸਿਆਂ ਤੱਕ ਇਹ ਸਾਡੇ ਨਾਲ ਨਿਭਣ ਵਾਲਾ ਨਹੀਂ, ਕੇਵਲ ਇੱਕ ਪਰਮਾਤਮਾ ਅਵਨਾਸ਼ੀ ਹੈ। ਇਹ ਸਾਰੀਆਂ ਚੀਜ਼ਾਂ ਨਾਸ਼ ਹੋਣ ਵਾਲੀਆਂ ਨੇ। ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ, ਸਾਰੀ ਸ੍ਰਿਸ਼ਟੀ ਜਿਹੜੀ ਹੈ ਉਹ ਖੁਆਰ ਹੋ ਰਹੀ ਹੈ ਝੂਠੇ ਧੰਦਿਆਂ ਵਿੱਚ, ਵਿਅਰਥ ਦੇ ਕਾਰਜਾਂ ਵਿੱਚ, ਜਿਨ੍ਹਾਂ ਲਈ ਸਤਿਗੁਰੂ ਰੋਜ਼ ਕਹਿੰਦੇ ਸੀ ਅਵਰ ਕਾਜ ਤੇਰੇ ਕਿਤੇ ਨਾ ਕਾਮ, ਇੱਕ ਸਹਾਰ ਕੇ ਨਾਮ ਬਿਨ ਅੱਗੇ ਲਈਏ ਖੋ। ਇੱਕ ਪਰਮਾਤਮਾ ਦੇ ਨਾਮ ਤੋਂ ਬਿਨਾਂ ਜੋ ਕੁਝ ਵੀ ਕਰਾਂਗੇ ਉਹ ਖੋ ਲਿਆ ਜਾਏਗਾ, ਉਹ ਸਦਾ ਸਾਡੇ ਕੋਲ ਨਹੀਂ ਰਹੇਗਾ। ਦਈ ਵਿਸਾਰ ਵਿਗੁਚਣਾ ਪ੍ਰਭ ਬਿਨ ਅਵਰ ਨਾ ਕੋਏ। ਉਸ ਪਿਆਰ ਦੀ ਮੂਰਤ ਪਰਮਾਤਮਾ ਨੂੰ ਜੇ ਅਸੀਂ ਭੁਲਾ ਦਿੱਤਾ ਤਾਂ ਫਿਰ ਸਾਨੂੰ ਖੁਆਰੀ ਮਿਲੇਗੀ। ਉਹਦੇ ਤੋਂ ਬਿਨਾਂ ਹੋਰ ਸਾਡੀ ਕੋਈ ਬਾਹ ਪਕੜਨ ਵਾਲਾ ਨਹੀਂ। ਪ੍ਰੀਤਮ ਚਰਨੀ ਜੋ ਲੱਗੇ ਤਿਨ ਕੀ ਨਿਰਮਲ ਸੋਏ। ਜਿਹੜੇ ਪ੍ਰਭੂ ਦੇ ਚਰਨਾਂ ਵਿੱਚ ਲੱਗਦੇ ਨੇ ਉਹ ਸੁਖੀ ਵੀ ਨੇ, ਉਹਨਾਂ ਦੀ ਸ਼ੋਭਾ ਵੀ ਉਜਲ ਹੈ, ਨਿਰਮਲ ਹੈ, ਪਵਿੱਤਰ ਹੈ। ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ। ਗੁਰੂ ਅਰਜਨ ਦੇਵ ਪਿਤਾ ਮਹਾਰਾਜ ਕਹਿੰਦੇ ਨੇ ਮੇਰੀ ਨਾਨਕ ਦੀ ਹੇ ਪ੍ਰਭੂ ਬੇਨਤੀ ਹੈ ਕਿ ਤੁਸੀਂ ਮੈਨੂੰ ਮਿਲੋ, ਮੈਨੂੰ ਤੁਹਾਡੀ ਪ੍ਰਾਪਤੀ ਹੋਵੇ। ਵੈਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੈ ਹਰ ਸੋਏ। ਇਹ ਵਿਸਾਖ ਦਾ ਮਹੀਨਾ, ਵਿਸਾਖੀ ਇੱਕ ਦੁਨਿਆਵੀ ਤਿਉਹਾਰ ਵੀ ਹੈ। ਮੌਸਮ ਦੀ ਤਬਦੀਲੀ ਕਰਕੇ ਵੀ ਹੈ, ਖੇਤੀਬਾੜੀ ਦੇ ਕਰਕੇ ਵੀ ਹੈ ਕਿ ਇਸ ਸਮਿਆਂ ਦੇ ਵਿੱਚ ਜ਼ਿਮੀਂਦਾਰਾਂ ਦੀਆਂ ਫਸਲਾਂ ਪੱਕਦੀਆਂ ਸੀ। ਧਨੀ ਰਾਮ ਚਾਤਰਕ ਵਰਗਿਆਂ ਨੇ ਬੜੇ ਸੋਹਣੇ ਗੀਤ ਲਿਖੇ ਕਿ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ। ਵਿਸਾਖੀ ਨੂੰ ਢੋਲ ਢਮੱਕੇ ਦਾ ਤਿਉਹਾਰ ਵੀ ਮੰਨਿਆ ਗਿਆ। ਪਰ ਗੁਰੂ ਪਿਤਾ ਮਹਾਰਾਜ ਨੇ ਇੱਕ ਸਧਾਰਨ ਮਨੁੱਖ ਤੋਂ ਸਾਨੂੰ ਖਾਲਸੇ ਬਣਾਇਆ। ਔਰ ਇਸ ਸ਼ਬਦ ਦੇ ਵਿੱਚ ਤਾਤਪਰ ਜਿਹੀ ਹੈ ਕਿ ਵਿਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੇ ਹਰ ਸੋਏ। ਜਿਨ੍ਹਾਂ ਨੂੰ ਗੁਰੂ ਮਿਲ ਜਾਏਗਾ ਉਹਨਾਂ ਲਈ ਵਿਸਾਖ ਦਾ ਮਹੀਨਾ ਸੁਹਾਵਣਾ ਹੋਵੇਗਾ, ਸੁੱਖਾਂ ਭਰਿਆ ਹੋਵੇਗਾ, ਖੁਸ਼ੀਆਂ ਖੇੜਿਆਂ ਵਾਲਾ ਹੋਵੇਗਾ। ਇਹਨੇ ਸ਼ਬਦ ਪ੍ਰਵਾਨ ਕਰਨਾ ਜੀ। ਇੱਕ ਵਾਰ ਫਿਰ ਖਾਲਸੇ ਦੇ ਸਾਜਨਾ ਦਿਵਸ ਵਿਸਾਖੀ ਦੇ ਪੁਰਬ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਲੱਖ 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 ਵਧਾਈਆਂ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।